Good morning, students. How are you? Hope you are doing well at your home and preparing for your coming exam. So let us do our next chapter, that is sparrows. Today we are going to do our chapter sparrows, lesson number 3, and the writer name is K.A. Abbas. This is a story about a man to whom every person thinks that he is a bad person. Actually, what is the reason behind his badness? Actually, the society who the society which tagged to any person good or bad is responsible for the badness of a person. So here is a story of a person, that is Rahim Khan. Rahim Khan is a boy. In his childhood he was very fond of sports. ਰਹੀਮ ਖਾਨ ਇੱਕ ਇਹੋ ਜਿਹਾ ਲੜਕਾ ਸੀ ਜਿਹੜਾ ਕਿ ਆਪਣੀ ਜਵਾਨੀ ਦੇ ਵਿੱਚ ਆਪਣੇ ਬਚਪਨ ਤੋਂ ਹੀ ਖੇਡਾਂ ਦਾ ਬਹੁਤ ਸ਼ੌਕੀਨ ਸੀ। ਇਨ ਰੈਸਲਿੰਗ, ਇਨ ਕਬੱਡੀ ਐਂਡ ਇਨ ਡਾਈਵਿੰਗ ਹੀ ਹੈਡ ਨੋ ਮੈਚ ਇਨ ਦਾ ਹੋਲ ਵਿਲੇਜ। ਪੂਰੇ ਪਿੰਡ ਦੇ ਵਿੱਚ ਉਹਦਾ ਕੋਈ ਸਾਨੀ ਨਹੀਂ ਸੀ ਖੇਡਾਂ ਦੇ ਵਿੱਚ। ਹੀ ਹੈਡ ਐਨ ਇਮਾਂਸ ਡਿਜ਼ਾਇਰ ਟੂ ਜੁਆਇਨ ਅ ਟੂਰਿੰਗ ਸਰਕਸ। ਐਕਚੁਅਲੀ he has two ambitions in his life. ਉਹਦੀਆਂ ਦੋ ਇੱਛਾਵਾਂ ਸੀ ਜ਼ਿੰਦਗੀ ਜਿਹੜੀਆਂ ਪੂਰੀਆਂ ਕਰਨਾ ਚਾਹੁੰਦਾ ਸੀ। The first one is he wanted to join a touring circus. ਉਹ ਇੱਕ ਟੂਰਿੰਗ ਸਰਕਸ ਸੀ ਜਿਹੜੀ ਉਹਨਾਂ ਦੇ ਪਿੰਡ ਵਿੱਚ ਆਇਆ ਕਰਦੀ ਸੀ, ਉਹਨੂੰ ਜੁਆਇਨ ਕਰਨੀ ਚਾਹੁੰਦਾ ਸੀ। But his parents didn't allow him to join the circus and they told him that the working in circus is immoral and not according to their status. ਇਸ ਲਈ ਉਹਨਾਂ ਨੇ ਉਹਨੂੰ ਉਹ ਸਰਕਸ ਜੁਆਇਨ ਨਾ ਕਰਨ ਦਿੱਤੀ। and his second ambition was to marry a Hindu girl named Radha. Rahim Khan, he is a Muslim and he wanted to marry a Hindu girl named Radha. ਉਹ ਇੱਕ ਰਾਧਾ ਨਾਮ ਦੀ ਲੜਕੀ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। but his parents did not allow him to marry with Hindu girl. ਪਰ ਉਹਦੇ ਪੇਰੈਂਟਸ ਨੇ ਉਹਨੂੰ ਹਿੰਦੂ ਗਰਲ ਦੇ ਨਾਲ ਵਿਆਹ ਨਾ ਕਰਨ ਦੀ ਇਜਾਜ਼ਤ ਨਾ ਦਿੱਤੀ। ਤਾਂ ਇਸ ਤਰ੍ਹਾਂ ਉਹ ਆਪਣੀ ਜ਼ਿੰਦਗੀ ਤੋਂ ਬਹੁਤ ਨਿਰਾਸ਼ ਹੋ ਗਿਆ ਬਿਕੋਜ਼ ਹੀ couldn't fulfill both of his ambition. so his soul turned into iron. ਮਤਲਬ ਉਹਦੀ ਜਿਹੜੀ ਆਤਮਾ ਆ ਉਹ ਇੱਕ ਤਰ੍ਹਾਂ ਦੀ ਲੋਹੇ ਦੀ ਬਣ ਗਈ। anyhow his parents made him agree to marry a Muslim girl and he was married to a Muslim girl. he had 2 children even. ਉਹਦਾ ਵਿਆਹ ਹੋ ਗਿਆ ਇੱਕ ਮੁਸਲਿਮ ਲੜਕੀ ਨਾਲ, ਉਹਦੇ 2 ਬੱਚੇ ਵੀ ਸੀਗੇ। ਪਰ ਉਹਦੇ ਅੰਦਰ ਉਹਦੀ ਆਤਮਾ ਦੇ ਵਿੱਚ ਜਿਹੜੀ ਨਿਰਦਇਤਾ, ਜਿਹੜਾ ਬੁਰਾਪਨ ਉਹਦੇ ਦਿਲ ਦੇ ਵਿੱਚ ਘਰ ਕਰ ਗਿਆ ਸੀ, ਜਿਹਦਾ ਜ਼ਿੰਮੇਵਾਰ ਕੀ ਸੀ? ਇਹ ਪੂਰਾ ਸਮਾਜ ਜਿਹਦਾ ਜ਼ਿੰਮੇਵਾਰ ਸੀ। ਉਸ ਸੁਸਾਇਟੀ ਦੀ ਵਜ੍ਹਾ ਦੇ ਨਾਲ ਜਿਹਨੇ ਆਪਣੇ ਆਪ ਨੂੰ ਇੰਨਾ ਬਦਲ ਲਿਆ ਸੀ ਕਿਉਂਕਿ ਉਹ ਆਪਣੀ ਲਾਈਫ ਦੇ ਵਿੱਚ ਜੋ ਉਹਦੇ ਐਂਬੀਸ਼ਨ ਸੀ ਉਹਨਾਂ ਨੂੰ ਪੂਰੇ ਨਹੀਂ ਕਰ ਪਾਇਆ ਸੀ। ਦੈਟਸ ਵਾਈ so as a result his heart was filled with bitterness. he hardened into a beast. ਇੱਕ ਤਰ੍ਹਾਂ ਦਾ ਉਹ ਕੀ ਬਣ ਗਿਆ ਸੀ? ਹਿੰਸਕ ਜਾਨਵਰਾਂ ਦੀ ਤਰ੍ਹਾਂ ਬਣ ਗਿਆ ਸੀ। ਹੁਣ ਕੀ ਸੀ? ਉਸਦੇ ਹਾਲਾਤ ਇੱਦਾਂ ਦੇ ਬਣ ਗਏ ਸੀ ਕਿ ਪੂਰਾ ਪਿੰਡ ਆ ਜਿਹੜਾ ਉਹ ਤੋਂ ਡਰਦਾ ਸੀ, ਈਵਨ ਕਿ ਕੋਈ ਉਹਨੂੰ ਪਸੰਦ ਵੀ ਨਹੀਂ ਕਰਦਾ ਸੀ। he called with everyone in the village. he beat his bullocks mercilessly. ਉਹ ਪਿੰਡ ਦੇ ਵਿੱਚ ਸਾਰਿਆਂ ਨਾਲ ਲੜਦਾ ਤੇ ਈਵਨ ਕਿ ਉਹ ਆਪਣੇ ਜਿਹੜੇ ਉਹਦੇ ਬੈਲ ਸੀਗੇ ਉਹਨਾਂ ਨੂੰ ਵੀ ਉਹ ਬਹੁਤ ਬੁਰੀ ਤਰ੍ਹਾਂ ਮਾਰਦਾ। the village children would run away from him in fear. ਡਰ ਦੇ ਵਿੱਚ ਜਿਹੜੇ ਪਿੰਡ ਦੇ ਬੱਚੇ ਸੀ, ਲੜਕੇ ਸੀ, ਉਹ ਸਾਰੇ ਭੱਜ ਜਾਂਦੇ ਉਹਨੂੰ ਦੇਖ ਕੇ। ਰਹੀਮ ਖਾਨ gave vent to his anger on his wife and 2 sons. ਉਹ ਕੀ ਕਰਦਾ? ਆਪਣਾ ਜਿਹੜਾ ਗੁੱਸਾ ਆ ਉਹ ਆਪਣੀ ਪਤਨੀ ਤੇ ਆਪਣੇ 2 ਲੜਕਿਆਂ ਤੇ ਉਤਾਰਦਾ। ਤੇ ਇੱਕ ਦਿਨ ਕੀ ਹੁੰਦਾ? at last his sons left him and went away. ਉਹਦੇ ਮੁੰਡੇ ਉਹਨੂੰ ਛੱਡ ਕੇ ਚਲੇ ਗਏ। and one day even his wife left him and went away. ਇੱਕ ਦਿਨ ਉਹਦੀ ਪਤਨੀ ਵੀ ਉਹਨੂੰ ਛੱਡ ਕੇ ਚਲੇ ਜਾਂਦੀ ਆ। when he came from his work in the evening he called his wife but there was no one. ਉਹ ਆਪਣੀ ਪਤਨੀ ਨੂੰ ਬੁਲਾਉਂਦਾ ਪਰ ਘਰੇ ਕੋਈ ਹੁੰਦਾ ਨਹੀਂ ਕਿਉਂਕਿ ਉਹ ਚਲੇ ਜਾਂਦੀ ਆ। thus Rahim Khan was left alone in his life. ਇਸ ਤਰ੍ਹਾਂ ਉਹ ਜ਼ਿੰਦਗੀ ਦੇ ਵਿੱਚ ਇਕੱਲਾ ਰਹਿ ਜਾਂਦਾ ਹੈ। however Rahim Khan did not feel sorry for that. ਪਰ ਪਤਾ ਨਹੀਂ ਕੀ ਸੀ, ਰਹੀਮ ਖਾਨ ਨੂੰ ਇਸ ਦੇ ਉੱਪਰ ਬਿਲਕੁਲ ਵੀ ਪਛਤਾਵਾ ਨਹੀਂ ਸੀ। ਮਤਲਬ ਉਹਨੂੰ ਉਸ ਨੂੰ ਇਹ ਚੀਜ਼ ਰਿਅਲਾਈਜ਼ ਹੀ ਨਹੀਂ ਸੀ ਕਿ ਉਹ ਆਪਣੀ ਲਾਈਫ ਦਾ ਜਿਹੜੀ ਫਰਸਟ੍ਰੇਸ਼ਨ ਆ ਉਹ ਆਪਣੀ ਪਤਨੀ 'ਤੇ ਕੱਢ ਰਿਹਾ ਤੇ ਉਹਦੀ ਪਤਨੀ ਤੇ ਉਹਦੇ ਬੱਚੇ ਉਹਨੂੰ ਛੱਡ ਕੇ ਚਲੇ ਗਏ ਨੇ।
then in the absence of his wife and children, Rahim Khan started feeling lonely. पर फिर भी उन्होंने ਦੀ ਉਹਨੂੰ ਆਦਤ ਪੈ ਚੁੱਕੀ ਸੀ ਤੇ ਜਦੋਂ ਚਲੇ ਗਏ ਤਾਂ ਇਕੱਲਾ ਮਹਿਸੂਸ ਕਰਨ ਲੱਗ ਗਿਆ. He used to beat his wife and ill-treat his son, but now he began to miss them. ਉਹ ਆਮ ਤੌਰ ਤੇ ਉਹਨੂੰ ਆਪਣੀ ਪਤਨੀ ਨੂੰ ਵੀ ਮਾਰਦਾ ਸੀ, ਬੱਚਿਆਂ ਨੂੰ ਵੀ ਮਾਰਦਾ ਸੀ, ਪਰ ਹੁਣ ਉਹਨਾਂ ਨੂੰ ਮਿਸ ਕਰਨ ਲੱਗ ਗਿਆ ਸੀ. He realized how much his wife whom he hated had become a part of his life. ਹੁਣ ਉਹਨੂੰ ਅਹਿਸਾਸ ਹੋਣ ਲੱਗ ਗਿਆ ਸੀ ਕਿ ਜਿਹੜੀ ਪਤਨੀ ਨੂੰ ਹਮੇਸ਼ਾ ਨਫ਼ਰਤ ਕਰਦਾ ਰਿਹਾ, ਹੁਣ ਉਹਨੂੰ ਉਹਦੀ ਜ਼ਿੰਦਗੀ ਦਾ ਕਿਵੇਂ ਹਿੱਸਾ ਬਣ ਗਈ ਸੀ. She took care of all his needs, but now she was not there to look after him. ਉਹਦੀਆਂ ਸਾਰੀਆਂ ਜ਼ਰੂਰਤਾਂ ਦਾ ਧਿਆਨ ਰੱਖਦੀ, ਪਰ ਹੁਣ ਕੋਈ ਨਹੀਂ ਸੀ ਜਿਹੜਾ ਕਿ ਉਹਦਾ ਧਿਆਨ ਰੱਖਦਾ. One day, Rahim Khan saw a sparrow's nest near the roof of his hut. ਇੱਕ ਦਿਨ ਕੀ ਹੁੰਦਾ, ਰਹੀਮ ਖਾਨ ਆਪਣੀ ਛੱਤ ਦੇ ਨੇੜੇ ਸਪੈਰੋਜ਼ ਚਿੜੀਆਂ ਦਾ ਇੱਕ ਘੋਂਸਲਾ ਦੇਖਦਾ ਹੈ. You know the name of the chapter is Sparrows. Yes, from here the chapter is titled as a Sparrows. There were 2 baby sparrows in the nest. ਹੁਣ ਜਦੋਂ ਉੱਪਰ ਉਹ ਦੇਖਦਾ ਆ ਤਾਂ ਨੈਸਟ ਦੇ ਵਿੱਚ 2 ਛੋਟੇ ਛੋਟੇ ਚਿੜੀਆਂ ਦੇ ਬੱਚੇ ਸੀ. Rahim Khan's first impulse was to shatter the nest and finish off the sparrows. ਪਹਿਲਾਂ ਰਹੀਮ ਖਾਨ ਦੇ ਦਿਮਾਗ ਦੇ ਵਿੱਚ ਕੀ ਆਇਆ ਕਿ ਘੋਂਸਲਾ ਤੋੜ ਦੇਵੇ ਉਹ. But the parent sparrows attacked him when he tried to touch the baby sparrows. ਪਰ ਜਦੋਂ ਹੀ ਉਹ ਘੋਂਸਲਾ ਤੋੜਨ ਲੱਗਾ ਤਾਂ ਜਿਹੜੀ ਪੇਰੈਂਟ ਸਪੈਰੋ ਸੀ, ਮਦਰ ਸਪੈਰੋ ਸੀ, ਉਹਨੇ ਉੱਤੇ ਹਮਲਾ ਕਰ ਦਿੱਤਾ. ਰਹੀਮ ਖਾਨ ਬੋਰ ਵਿਦ देयर ਅਟੈਕ ਕਾਮਲੀ, ਪਰ ਉਹ ਸ਼ਾਂਤੀ ਦੇ ਨਾਲ, ਪਤਾ ਨਹੀਂ ਕਿ ਉਹਦੇ ਵਿੱਚ ਕੀ ਤਬਦੀਲੀ ਆਈ ਕਿ ਬੜੇ ਸ਼ਾਂਤੀ ਦੇ ਨਾਲ ਉਹਨੇ ਉਹਨੂੰ ਅਟੈਕ ਨੂੰ ਮੀਨਸ ਉਹਨੇ ਜੋ ਉੱਤੇ ਹਮਲਾ ਕੀਤਾ ਉਹਨੇ ਉਹਨੂੰ ਬਰਦਾਸ਼ਤ ਕਰ ਲਿਆ. ਮੀਨਸ ਇਫ ਹੀ ਵਾਂਟਡ ਹੀ ਕੈਨ ਥਰੋ ਦਾ ਸਪੈਰੋ ਅਵੇ, ਮਾਰ ਸਕਦਾ ਸੀ ਉਹਨੂੰ, ਬਟ ਪਤਾ ਨਹੀਂ ਉਹਨੇ ਕੁਛ ਨਹੀਂ ਕੀਤਾ. ਸਟ੍ਰੇਂਜ ਫੀਲਿੰਗ ਆਫ ਪਿਟੀ ਅਰੋਜ਼ ਟੂ ਹਿਮ. ਉਹਦੇ ਦਿਲ ਦੇ ਵਿੱਚ ਇੱਕ ਅਜੀਬ ਜੀ ਤਰਸ ਦੀ ਭਾਵਨਾ ਆ ਗਈ ਸੀ. ਇਨ ਫੈਕਟ ਹੀ ਵਾਜ਼ ਮੂਵਡ ਬਾਈ ਦ ਮਦਰ ਸਪੈਰੋਜ਼ ਲਵ ਫॉर ਇਟਸ ਯੰਗ ਵਨਸ. ਅਸਲ ਦੇ ਵਿੱਚ ਕੀ ਸੀ, ਮਦਰ ਸਪੈਰੋ ਦਾ ਜਿਹੜੇ ਆਪਣੇ ਬੱਚਿਆਂ ਦੇ ਨਾਲ ਪਿਆਰ ਸੀ ਉਹਨੂੰ ਦੇਖ ਕੇ ਉਹਦਾ ਦਿਲ ਆ ਜਿਹੜਾ ਅੰਦਰੋਂ ਪਿਘਲ ਗਿਆ ਸੀ. ਹੀ ਵੁੱਡ ਫੀਡ them ਐਂਡ ਪਲੇ ਵਿਦ them. ਉਹ ਹੁਣ ਉਹਨਾਂ ਨੂੰ ਚੋਗਾ ਦਿੰਦਾ, ਉਹਨਾਂ ਦੇ ਨਾਲ ਖੇਡਦਾ. ਐਂਡ ਰਹੀਮ ਖਾਨ ਡਿਵੈਲਪਡ ਡੀਪ ਲਵ ਫॉर ਦ ਸਪੈਰੋਜ਼ ਐਂਡ ਮੇਡ ਫਰੈਂਡਸ ਵਿਦ ਹਿਮ. ਉਹਨਾਂ ਪ੍ਰਤੀ ਉਹਦੇ ਦਿਲ 'ਚ ਬਹੁਤ ਪਿਆਰ ਆ ਗਿਆ ਸੀਗਾ ਅਤੇ ਉਹ ਉਹਨਾਂ ਦੇ ਨਾਲ ਉਹਨੇ ਇੱਕ ਤਰ੍ਹਾਂ ਦੀ ਫਰੈਂਡਸ਼ਿਪ ਹੀ ਕਰ ਲਈ ਸੀ. ਹੀ ਵੁੱਡ ਕਾਲ ਦ ਲਿਟਲ ਸਪੈਰੋ ਲਵਿੰਗਲੀ ਬਾਈ ਦ ਨੇਮਸ ਆਫ ਹਿਸ ਸਨਸ. ਉਹ ਜਿਹੜੇ ਛੋਟੇ ਸਪੈਰੋ ਸੀਗੀਆਂ ਉਹਨਾਂ ਨੂੰ ਆਪਣੇ ਬੱਚਿਆਂ ਦੇ ਨਾਮ ਨਾਲ, ਆਪਣੇ ਪੁੱਤਰਾਂ ਦੇ ਨਾਮ ਨਾਲ ਬੁਲਾਉਂਦਾ. ਨੂਰੂ ਤੇ ਬੰਧੂ ਕਹਿੰਦਾ ਉਹਨਾਂ ਨੂੰ, ਕਿਉਂਕਿ ਉਹਦੇ ਮੁੰਡਿਆਂ ਦੇ ਨਾਮ ਨੂਰੂ ਤੇ ਬੰਧੂ ਸੀ. ਉਹ ਬੁਲਾਉਂਦਾ. ਸੱਚ ਵਾਜ਼ ਦਾ ਇਫੈਕਟ ਆਫ ਦਿਸ ਨਿਊ ਟਰਾਂਸਫੋਰਮੇਸ਼ਨ ਦੈਟ ਰਹੀਮ ਖਾਨ ਸਟਾਪਡ ਬੀਟਿੰਗ ਹਿਸ ਬਿਲੁਕਸ. ਉਹਦੇ 'ਤੇ ਇੰਨਾ ਅਸਰ ਹੋਇਆ ਸੀਗਾ ਕਿਉਂਕਿ ਉਹਦੇ ਵਿੱਚ ਉਹਦੇ ਦਿਲ ਦੇ ਵਿੱਚ ਇੱਕ ਤਬਦੀਲੀ ਆ ਗਈ ਸੀ. ਉਹਦਾ ਹਾਰਟ ਆ ਜਿਹੜਾ ਹੁਣ ਕਾਈਂਡਨੈਸ ਉਹਦੇ ਵਿੱਚ ਆ ਗਈ ਸੀ. ਤਾਂ ਹੁਣ ਉਹ ਪਹਿਲਾਂ ਆਪਣੇ ਜਿਵੇਂ ਬੁਲੁਕਸ ਨੂੰ ਬੈਲਾਂ ਨੂੰ ਮਾਰਦਾ ਹੁੰਦਾ ਸੀ, ਹੁਣ ਉਹਨੇ ਉਹ ਵੀ ਮਾਰਨਾ ਛੱਡ ਦਿੱਤਾ. He wanted to show affection for the village children also, but they still looked on him with fear and would run away at the sight. Even ਕਿ ਉਹ ਪਿੰਡ ਦੇ ਬੱਚਿਆਂ 'ਤੇ ਵੀ ਹੁਣ ਪਿਆਰ ਦਿਖਾਉਣਾ ਚਾਹੁੰਦਾ ਸੀ, ਪਰ ਹੁੰਦਾ ਕਿ ਉਹ ਜਦੋਂ ਬੱਚਿਆਂ ਦੇ ਨੇੜੇ ਜਾਣ ਲੱਗਦਾ ਤਾਂ ਉਹਦੇ ਆਪਣਾ ਡਰ ਹੀ ਇੰਨਾ ਭਰ ਲਿਆ ਸੀ ਬੱਚਿਆਂ ਦੇ ਵਿੱਚ ਕਿ ਉਹਦੇ ਕੋਲੋਂ ਭੱਜ ਜਾਂਦੇ. ਇੱਕ ਦਿਨ ਕੀ ਹੁੰਦਾ, one monsoon evening it rained heavily. बहुत ज़्यादा बारिश होती है. It rained heavily. बहुत बारिश होती है. The roof of Rahim Khan's hut started leaking. ਤੇ ਰਹੀਮ ਖਾਨ ਦੀ ਹੱਟ ਸੀ ਜਿਹੜੀ ਝੌਂਪੜੀ ਸੀ ਉਹਦੀ ਜਿਹੜੀ ਛੱਤ ਸੀ ਉਹ ਲੀਕ ਕਰਨ ਲੱਗ ਗਈ, ਚੋਣ ਲੱਗ ਗਈ. There was a hole just above the nest of the sparrows. ਉਹ ਛੱਤ ਦੇ ਵਿੱਚ ਬਿਲਕੁਲ ਸਪੈਰੋਜ਼ ਦਾ ਜਿੱਥੇ ਘੋਂਸਲਾ ਸੀ ਉਹਦੇ ਬਿਲਕੁਲ ਸਿੱਧਾ ਉੱਪਰ ਇੱਕ ਹੋਲ ਹੋ ਗਿਆ ਸੀ, ਛੇਦ ਹੋ ਗਿਆ ਸੀ. ਰਹੀਮ ਖਾਨ ਰਿਪੇਅਰਡ ਦਾ ਲੀਕ ਇਨ ਹੈਵੀ ਰੇਨ. ਉਹ ਪੂਰੀ ਬਰਸਾਤ ਦੇ ਵਿੱਚ ਗਿਆ ਅਤੇ ਉਹਨੇ ਹੈਵੀ ਰੇਨ ਦੇ ਵਿੱਚ ਉਹਨੇ ਕੀ ਕੀਤਾ, ਰਿਪੇਅਰ ਕੀਤੀ ਉਹਦੀ. ਹੀ ਗੋਟ ਵੈਟ ਆਲ ਓਵਰ ਐਂਡ ਕੋਟ ਕੋਲਡ. ਉਹ ਪੂਰਾ ਗਿੱਲਾ ਹੋ ਗਿਆ ਅਤੇ ਉਹਨੂੰ ਠੰਡ ਲੱਗ ਗਈ, ਬੁਖਾਰ ਹੋ ਗਿਆ. ਵੈਨ ਹੀ ਗੋਟ ਅਪ ਇਨ ਦਾ ਨੈਕਸਟ ਮਾਰਨਿੰਗ ਹੀ ਹੈਡ ਵੈਰੀ ਹਾਈ ਫੀਵਰ. ਜਦੋਂ ਅਗਲੀ ਸਵੇਰ ਉਹ ਉੱਠਿਆ ਤਾਂ ਉਹਨੂੰ ਬਹੁਤ ਜ਼ਿਆਦਾ ਬੁਖਾਰ ਸੀ. ਹੀ ਰਿਮੇਨਡ ਇਨ ਦਾ ਬੈਡ ਫॉर ਸੈਵਰਲ ਡੇਜ਼. ਕਿੰਨੇ ਦਿਨਾਂ ਤੱਕ ਉਹ ਬਿਸਤਰ ਦੇ ਵਿੱਚ ਹੀ ਪਿਆ ਰਿਹਾ. ਵੈਨ ਦਾ ਵਿਲੇਜਰਸ ਕੇਮ ਟੂ ਨੋ ਆਫ ਇਟ ਦੇ ਐਟ ਵਾਂਸ ਸੈਂਟ ਫॉर ਹਿਸ ਵਾਈਫ. ਜਦੋਂ ਪਿੰਡ ਵਾਲਿਆਂ ਨੇ ਦੇਖਿਆ ਤਾਂ ਉਹਨਾਂ ਨੇ ਉਹਦੀ ਪਤਨੀ ਨੂੰ ਬੁਲਾਵਾ ਭੇਜ ਦਿੱਤਾ. ਬਟ ਵੈਨ ਹਿਸ ਵਾਈਫ ਕੇਮ ਐਂਡ ਓਪਨ ਦਾ ਡੋਰ ਸ਼ੀ saw that Rahim Khan was laying dead
on his coat and the 4 sparrows were fluttering about in the hut। पर रहीम खान की पत्नी ने आके जो दरवाज़ा खोलिया तो उन्हें की देखा कि वह उत्थे मरिया पिया सी ते उहदी जिहड़ी डैड बॉडी के आले दुआले की सी जिहड़ियां 4 स्पैरो सीगियां ओह उहदे आले दुआले ची ची कर रही सन, उदास सन। इस तरह ये स्टोरी की आ। द स्टोरी इज़ बेस्ड ऑन द आइडिया दैट नो बॉडी इज़ बैड बाय द बर्थ, कि कोई भी इंसान हुंदा वो जन्म तो बुरा नहीं हुंदा। मीनस हरेक इंसान के अंदर चंगियाई बुराई दोनों हुंदियां ने, बट समाज आ जिस चीज़ नूं वधा दिंदा आ वो चीज़ उस दे विच पनप जाती है तो वध जाती है। एंड दिस थिंग हैपन्ड विद द रहीम खान as the society didn't good anything for him, so he turned into a beast and he started hating everybody, he started treating badly with everybody। But in the same, when sparrows entered in his home, what they did, की कीता उन्होंने, they lighted the lamp of kindness in his heart, उन्होंने दयालुता उहदे अंदर जगा दी। एंड वट हैपन्ड, हिज आयरन सोल कन्वर्टेड इनटू काइंडनेस, काइंड सोल। उसकी जिहड़ी आयरन सोल सी वो काहदे विच चेंज हो गई, काइंड सोल चेंज हो गई। बट स्पैरोज ने उन्हां दे विच तब्दीली लिआंदी, पर स्पैरोज की जान बचाते बचाते ही उसकी जिंदगी का अंत हो गया। आई होप यू लाइक दिस स्टोरी। एंड टाइटल ऑफ द स्टोरी इज स्पैरोज बिकॉज these are the sparrows who turned the life of Rahim Khan। So revise the chapter, and the name of the chapter is Sparrows and the writer name is K.A. Abbas। Revise the chapter, learn the question answers. All the best।